ਆਪਾਂ ਇੱਥੋਂ ਚਲੇ ਜਾਂਦੇ ਆ ਕਿ ਆਪਾਂ ਜਾ ਕੇ ਬਸ ਇੰਨੇ ਕੁ ਪੈਸੇ ਦੇਣੇ, ਇੰਨੇ ਕੁ ਪੈਸਿਆਂ 'ਚ ਸਾਡੀ ਮੌਰਗੇਜ ਹੋ ਜਾਣੀ ਤੇ ਆਪਣਾ ਘਰ ਡਨ ਹੋ ਜਾਣਾ। ਬਟ ਕੀ ਆ, CHMC ਆ ਜਾਂਦੀ ਆ, ਇੰਸ਼ੋਰਡ ਮੌਰਗੇਜ ਹੋ ਜਾਂਦੀ ਆ, ਰੇਟ ਆਫ ਇੰਟਰਸਟ ਘੱਟ ਮਿਲ ਜਾਂਦਾ। ਪਰ ਉਹ ਸਿਰਫ ਉਹਨਾਂ ਲਈ ਆ ਜਿਹੜੇ ਉੱਥੇ ਦੇ ਰੈਜ਼ੀਡੈਂਟਸ ਨੇ। ਸੋ ਅਲਬਰਟਾ ਬਹੁਤ ਪ੍ਰਮੋਟ ਕਰਦਾ ਹੈ ਕਿ ਅਲਬਰਟਾ ਆਓ ਜੀ, ਅਲਬਰਟਾ ਆਓ ਜੀ। ਬਟ ਐਕਚੁਅਲ 'ਚ ਜਦੋਂ ਤੁਸੀਂ ਉੱਥੇ ਜਾਂਦੇ ਹੋ ਫਿਰ ਪਤਾ ਲੱਗਦਾ ਕਿ ਇਸ ਤਰ੍ਹਾਂ ਪ੍ਰੋਪਰਟੀ ਲੈਣੀ ਬਹੁਤ ਟਫ ਆ। ਸਹੀ ਵੇ ਇਹ ਹੈ ਕਿ ਤੁਸੀਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਗੱਲਾਂ ਤੇ ਗਿਆਨ ਵਿੱਚ ਆਪ ਜੀ ਦਾ ਸਵਾਗਤ ਹੈ। ਅਸੀਂ ਇੱਕ ਫਿਰ ਦੁਬਾਰਾ ਮੁੜ ਨਵਾਂ ਟੌਪਿਕ ਲੈ ਕੇ ਆਪ ਜੀ ਦੇ ਰੂਬਰੂ ਹੋਏ ਹਾਂ। ਅੱਜ ਅਸੀਂ ਗੱਲ ਕਰਾਂਗੇ, ਜਿਵੇਂ ਅਸੀਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕੈਨੇਡਾ ਵਿੱਚ ਫਸਟ ਟਾਈਮ ਹੋਮ ਬਾਏ ਕਰਨ ਦੀ, ਤੇ ਅੱਜ ਅਸੀਂ ਗੱਲ ਕਰਾਂਗੇ ਸੈਕਿੰਡ ਹੋਮ ਬਾਏ ਕਰਨ ਦੀ ਤੇ ਆਊਟ ਆਫ ਪ੍ਰੋਵਿੰਸ ਬਾਏ ਕਰਨ ਦੀ, ਜਿੱਥੇ ਜਿਹੜਾ ਤੁਹਾਡਾ ਰੈਜ਼ੀਡੈਂਸ ਐਡਰੈਸ ਆ ਉਸ ਪ੍ਰੋਵਿੰਸ ਤੋਂ ਦੂਜੀ ਪ੍ਰੋਵਿੰਸ ਕਿਹੜੀਆਂ ਗੱਲਾਂ 'ਚ ਧਿਆਨ ਰੱਖਣਾ ਚਾਹੀਦਾ, ਤੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਮੇਰੇ ਨਾਲ ਦੇ ਪ੍ਰੋਫੈਸਰ ਸੁਖਜਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਬਹੁਤ। ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਨੇ ਹੁਣ ਲੇਟੈਸਟ ਹੋਮ ਬਾਏ ਕੀਤਾ ਆਊਟ ਆਫ ਪ੍ਰੋਵਿੰਸ, ਤੇ ਆਪਾਂ ਇਹਨਾਂ ਨੂੰ ਪੁੱਛਾਂਗੇ ਵੀ ਇਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ। ਸੋ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸੋ ਕਿ ਤੁਹਾਨੂੰ ਕੀ ਲੋੜ ਪੈ ਗਈ ਸੀ ਆਊਟ ਆਫ ਪ੍ਰੋਵਿੰਸ ਹੋਮ ਬਾਏ ਕਰਨ ਦੀ? ਜੀ, ਆਊਟ ਆਫ ਪ੍ਰੋਵਿੰਸ ਇਸ ਤਰ੍ਹਾਂ ਜੀ ਕਿ ਮੈਂ ਇੱਕ ਰੈਂਟਲ ਪ੍ਰੋਪਰਟੀ ਲੈਣੀ ਸੀ। ਸੋ ਰੈਂਟਲ ਪ੍ਰੋਪਰਟੀ ਦੇ ਲਈ ਅਲਬਰਟਾ ਦੇ ਦੋ ਫਾਇਦੇ ਨੇ। ਇੱਕ ਤਾਂ ਉੱਥੇ ਕੋਈ ਲੈਂਡ ਟਰਾਂਸਫਰ ਟੈਕਸ ਨਹੀਂ ਹੈ ਜੀ, ਲੈਂਡ ਟਰਾਂਸਫਰ ਫੀ ਕਹਿ ਸਕਦੇ ਇਹਨੂੰ ਤੁਸੀਂ। ਸੋ ਇਹ ਬੇਸਿਕਲੀ ਜੇ ਮੰਨ ਲਓ ਇਹੀ ਸੇਮ ਪ੍ਰੋਪਰਟੀ ਮੈਂ BC 'ਚ ਲੈਣੀ ਹੁੰਦੀ, $8 ਤੋਂ $10,000 ਤਕਰੀਬਨ ਉਸ ਪ੍ਰੋਪਰਟੀ ਨੂੰ ਸਿਰਫ ਆਪਣੇ ਨਾਮ ਤੇ ਟਰਾਂਸਫਰ ਕਰਨ ਦਾ ਮੈਨੂੰ ਪੇ ਕਰਨਾ ਪੈਣਾ ਸੀ। ਅਲਬਰਟਾ ਵਿੱਚ ਜਾਂਦੇ ਆ, ਜ਼ੀਰੋ ਹੈ ਜੀ। ਦੂਸਰਾ, ਨੋ HST। ਕੋਈ ਤੁਸੀਂ ਜੇਕਰ ਕੋਈ ਘਰ ਪਰਚੇਜ਼ ਕਰਨਾ ਨਿਊ ਤੇ ਸਿਰਫ GST ਪੈਂਦੀ ਹੈ ਜੀ, ਕੋਈ HST ਨਹੀਂ। ਹੋਰ ਕਾਫੀ ਫਾਇਦੇ ਨੇ, ਫਿਊਲ ਸਸਤਾ ਹੈ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਟੈਕਸ ਤੁਹਾਡਾ ਸੈਲਰੀ ਲੈਣੀ ਤਾਂ ਵੀ ਘੱਟ ਆ, ਤੁਸੀਂ ਫਿਊਲ ਪਾਉਣਾ ਆ ਉਹਦੇ ਤੇ ਵੀ ਟੈਕਸ ਘੱਟ ਲੱਗਦਾ ਹੈ। ਸੋ ਇਸ ਤਰ੍ਹਾਂ ਦੀਆਂ ਕਾਫੀ ਸਹੂਲਤਾਂ ਸੀਗੀਆਂ, ਤੇ ਉਸ ਕਰਕੇ ਮੈਂ ਸੋਚਿਆ ਕਿ ਜੇਕਰ ਸੈਕਿੰਡ ਪ੍ਰੋਪਰਟੀ ਲੈਣੀ ਆ ਤੇ ਜੇਕਰ ਉਹ ਰੈਂਟ ਤੇ ਦੇਣੀ ਆ ਤੇ ਵਾਈ ਨਾਟ ਅਲਬਰਟਾ। ਸੋ ਇਸ ਕਰਕੇ ਅਲਬਰਟਾ ਨੂੰ ਚੂਜ਼ ਕੀਤਾ ਮੈਂ ਜੀ। ਤੇ ਅਲਬਰਟਾ ਦੀ ਸੁਣਿਆ ਜਾਂਦਾ ਵੀ ਕੈਲਗਰੀ, ਐਡਮਿੰਟਨ ਵਗੈਰਾ, ਕੈਲਗਰੀ ਬਹੁਤ ਗਰੋ ਕਰ ਰਿਹਾ ਜੀ, ਬਹੁਤ ਜ਼ਿਆਦਾ ਗਰੋਥ ਹੈ। ਕਿਉਂਕਿ ਜਿਸ ਤਰ੍ਹਾਂ ਐਮਾਜ਼ੋਨ ਜਾਂ ਹੋਰ ਵੀ ਵੱਡੀਆਂ ਜਿਹੜੀਆਂ US ਦੀਆਂ ਕੰਪਨੀਆਂ ਨੇ, ਜ਼ਮੀਨ ਸਸਤੀ ਹੈ, ਸੋ ਉਹਨਾਂ ਦੇ ਲਈ ਕਾਫੀ ਜ਼ਿਆਦਾ ਵਿਕਾਸ ਕਰਨਾ ਈਜ਼ੀ ਆ। ਸੋ ਕਾਫੀ ਕੰਪਨੀਆਂ, ਕਾਫੀ ਜੌਬ ਸਟਰਕਚਰ ਚੇਂਜ ਹੋ ਰਿਹਾ। ਸਿਰਫ ਆਇਲ ਬੇਸਡ ਇਕੋਨਮੀ ਨਹੀਂ ਰਹੀ ਹੁਣ ਉਹ, ਸੋ ਕਾਫੀ ਚੇਂਜ ਹੋ ਰਹੀ ਹੈ। ਹੁਣ ਤਾਂ ਹਾਊਸਿੰਗ ਬਹੁਤ ਆ, ਕੰਸਟਰਕਸ਼ਨ BC ਨਾਲੋਂ ਕਿਤੇ ਜ਼ਿਆਦਾ ਹੈ ਜੀ। ਸੁਣਿਆ ਜਾਂਦਾ ਵੀ ਟੋਰਾਂਟੋ ਸਾਈਡ ਤੋਂ, BC ਸਾਈਡ ਤੋਂ ਬਹੁਤ ਜ਼ਿਆਦਾ ਘਰ ਮਹਿੰਗੇ ਹੋਣ ਦੇ ਕਾਰਨ ਲੋਕ ਕੈਲਗਰੀ ਜਾਂ ਐਡਮਿੰਟਨ ਵਗੈਰਾ, ਅਲਬਰਟਾ 'ਚ ਲਾਈਕ ਮੂਵ ਹੋ ਰਹੇ ਆ ਬਹੁਤ ਜ਼ਿਆਦਾ। ਤੇ ਇਹ ਕਿਵੇਂ, ਮਤਲਬ ਜਿਹਨੇ ਫਸਟ ਟਾਈਮ ਹੋਮ ਬਾਏ ਕਰਨਾ ਉਹਦੇ ਵਾਸਤੇ ਬੈਸਟ ਪਲੇਸ ਆ? ਹਾਂਜੀ, ਇਹ ਦੇਖੋ ਜੀ, ਫਸਟ ਟਾਈਮ ਹੋਮ ਬਾਇਰ, ਜਿੱਦਾਂ ਪਿਛਲੀ ਵੀਡੀਓ 'ਚ ਆਪਾਂ ਗੱਲ ਕੀਤੀ ਸੀ ਸਾਰੇ ਫੈਕਟਸ ਦੀ, ਪਰ ਦਾ ਥਿੰਗ ਇਜ਼ ਕਿ ਫਸਟ ਟਾਈਮ ਹੋਮ ਬਾਇਰ ਇਹ ਉਹਦੇ ਲਈ ਆ ਜਿਹੜਾ ਉਸ ਪ੍ਰੋਵਿੰਸ 'ਚ ਰਹਿ ਰਿਹਾ। ਜਿਸ ਤਰ੍ਹਾਂ ਹੁਣ TikTok ਤੇ ਤੁਸੀਂ ਵੀ ਦੇਖਿਆ ਹੋਏਗਾ, ਬਹੁਤ ਸਾਰੇ ਰੀਅਲਟਰ ਨੇ ਜੀ ਕਿ ਆ ਜਾਓ ਜੀ, ਆ ਜਾਓ 25,000 'ਚ ਘਰ ਲੈ ਜਾਓ, ਜਾਂ ਜ਼ੀਰੋ ਡਾਊਨ ਤੇ ਘਰ ਲੈ ਜਾਓ ਜੀ। ਠੀਕ ਹੈ, ਉਹ ਸਾਰਾ ਕੁਝ ਮਿਲਦਾ ਆ, ਬਟ ਉਹਦੇ ਲਈ ਕੀ ਹੈ ਕਿ ਤਾਂ ਤੁਹਾਡੀ ਇਨਕਮ $1 ਲੱਖ ਤੋਂ ਵੱਧ ਚਾਹੀਦੀ ਸਿੰਗਲ ਦੀ, ਤੇ 5% ਡਾਊਨ ਤੇ ਤੁਹਾਡੀ ਅਪਰੂਵਲ ਹੀ ਤਾਂ ਹੋਏਗੀ, ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਰੇਟ ਆਫ ਇੰਟਰਸਟ ਬਹੁਤ ਜ਼ਿਆਦਾ ਹਾਈ ਨੇ। ਸੋ ਇੱਥੋਂ ਸੁਪਨਾ ਦਿਖ ਜਾਂਦਾ ਕਿ ਉੱਥੇ ਜਾ ਕੇ ਫਸਟ ਟਾਈਮ ਹੋਮ ਬਾਇਰ $25,000-30,000 ਦੇ ਕੇ ਘਰ ਲੈ ਸਕਦਾ, ਬਟ ਇਸ ਤਰ੍ਹਾਂ ਹੈ ਨਹੀਂ ਜੀ। ਜਦੋਂ ਕਿਉਂਕਿ ਆਪਾਂ ਉੱਥੇ ਜਾਂਦੇ ਹਾਂ, ਸੋ ਜਿਸ ਤਰ੍ਹਾਂ ਤੁਸੀਂ ਵੀਡੀਓ ਦੀ ਸਟਾਰਟਿੰਗ 'ਚ ਕਿਹਾ, ਆਊਟ ਆਫ ਪ੍ਰੋਵਿੰਸ ਰੈਂਟਲ ਪ੍ਰੋਪਰਟੀ, ਦੋ ਕੀਵਰਡਸ ਨੇ, ਦਰਸ਼ਕ ਧਿਆਨ ਦੇਣ, ਦੋ ਕੀਵਰਡਸ ਨੇ, ਇੱਕ ਆਊਟ ਆਫ ਪ੍ਰੋਵਿੰਸ, ਇੱਕ ਰੈਂਟਲ। ਦੋਨਾਂ ਦੇ ਲਈ ਕੀ ਕੀ ਚੇਂਜਸ ਆਉਣੀਆਂ ਨੇ ਆਪਾਂ ਦੱਸਦੇ ਹਾਂ। ਸੋ ਜਦੋਂ ਪਹਿਲਾ ਵਰਡ ਆ ਗਿਆ ਨਾ ਆਊਟ ਆਫ ਪ੍ਰੋਵਿੰਸ, ਉੱਥੇ ਤੁਸੀਂ ਭੁੱਲ ਜਾਓ ਕਿ 5% ਵਾਲਾ ਰੂਲ ਐਪਲੀਕੇਬਲ ਨਹੀਂ ਆ। 5% ਮੈਂ BC 'ਚ ਰਹਿ ਰਿਹਾ, BC 'ਚ ਸਾਲ ਤੋਂ ਜੋਬ ਕਰ ਰਿਹਾ ਹਾਂ, BC 'ਚ 3 ਮਹੀਨੇ ਪੁਰਾਣੀ, ਮਤਲਬ ਮੈਂ ਪ੍ਰੋਵੇਸ਼ਨ ਤੇ ਨਹੀਂ ਆ, ਮੇਰੇ ਕੋਲ 3 ਮਹੀਨੇ ਪੁਰਾਣੇ ਫੰਡਸ ਆ ਤੇ ਆਪਣੇ ਫੰਡਸ ਨੇ, ਤੇ ਪ੍ਰੋਪਰਟੀ ਜੇਕਰ 5.5 ਲੱਖ ਤੋਂ ਘੱਟ ਆ ਤੇ ਮੈਂ 5% ਨਾਲ ਲੈ ਸਕਦਾ ਆ। ਪਰ BC ਟੋਰਾਂਟੋ 5.5 ਲੱਖ ਨਾਲ ਕੀ ਆਉਂਦਾ ਜੀ, ਕੁਛ ਨਹੀਂ ਹੋਣਾ। ਸੋ ਉਹ ਬੰਦੇ ਦੇ ਲਈ ਅਲਬਰਟਾ ਆਪਸ਼ਨ ਬਚਦਾ, ਪਰ ਕਿਉਂਕਿ ਉਹ ਇੱਥੋਂ ਪ੍ਰੋਪਰਟੀ ਖਰੀਦਣ ਦੀ ਸੋਚ ਰਿਹਾ ਅਲਬਰਟਾ, ਤੇ 5% ਵਾਲਾ ਉਹਦੇ ਲਈ ਲਾਗੂ ਨਹੀਂ ਹੁੰਦਾ, ਉਹਦੇ ਲਈ 20% ਲਾਗੂ ਹੁੰਦਾ ਜੀ। ਇੱਕ ਮੇਰਾ ਕੁਐਸਚਨ ਹੋਰ ਆ ਕਿ ਤੁਸੀਂ ਤਾਂ BC ਤੋਂ ਮਤਲਬ ਆਊਟ ਆਫ ਪ੍ਰੋਵਿੰਸ ਕੀ ਤੁਹਾਡਾ ਰੈਜ਼ੀਡੈਂਸ BC ਆ, ਬਟ ਜਿਨ੍ਹਾਂ ਨੇ ਟੋਰਾਂਟੋ ਵਗੈਰਾ ਜਾਂ ਓਨਟਾਰੀਓ ਤੋਂ ਹੋਰ ਪ੍ਰੋਵਿੰਸਾਂ ਤੋਂ ਅਲਬਰਟਾ ਜਾਣੀ, ਇਹ ਸੇਮ ਰੂਲ ਨਾ? ਜੀ ਬਿਲਕੁਲ, ਕਿਤੇ ਵੀ ਤੁਸੀਂ ਆਉਣਾ, ਬੇਸਿਕਲੀ ਉਹ ਤੁਹਾਡਾ ਜਿਹੜਾ ਹੋਮ ਆ, ਜਿੱਥੇ ਤੁਸੀਂ ਰਹਿ ਰਹੇ ਹੋ, ਜੋਬ ਕਰ ਰਹੇ ਹੋ, ਉੱਥੇ ਦੀ ਸੈਲਰੀ ਦੇ ਨਾਲ, ਉੱਥੇ ਦੇ ਪੇ ਸਟਰਕਚਰ ਦੇ ਨਾਲ, ਉੱਥੇ ਦੇ ਨੋਟਿਸ ਆਫ ਅਸੈਸਮੈਂਟ ਦੇ ਨਾਲ, ਉਸ ਪ੍ਰੋਵਿੰਸ ਤੋਂ ਬਾਹਰ ਜਾ ਕੇ
ਤੁਸੀਂ ਰਹਿਣ ਦੇ ਲਈ ਨਹੀਂ, ਰੈਂਟਲ ਦੇ ਲਈ ਕੋਈ ਪ੍ਰਾਪਰਟੀ ਲੈਣੀ ਆ ਓਕੇ ਤਾਂ 20% ਵੀ ਦੇਣਾ ਪਏਗਾ। ਓਕੇ ਤੇ ਦੂਸਰੀ ਗੱਲ, ਜੋ ਨਾਰਮਲ ਪ੍ਰਾਈਮ ਰੇਟ ਆ ਉਹਦੇ ਉੱਤੇ ਜੋ ਵੀ ਤੁਹਾਨੂੰ ਡਿਸਕਾਊਂਟ ਮਿਲੇਗਾ ਤੁਹਾਡੇ ਕ੍ਰੈਡਿਟ ਸਕੋਰ ਦੇ ਅਨੁਸਾਰ, ਉਹਦੇ ਵਿੱਚ 0.25% ਇੰਟਰਸਟ ਜਿਹੜਾ ਆ ਨਾਰਮਲ ਪ੍ਰਾਪਰਟੀ ਨਾਲੋਂ ਜ਼ਿਆਦਾ ਲੱਗੇਗਾ ਜੀ। ਓਕੇ, ਤੇ ਹੁਣ ਸਾਨੂੰ ਦਰਸ਼ਕਾਂ ਨੂੰ ਦੱਸੋ ਵੀ ਜਦੋਂ ਤੁਸੀਂ ਆਊਟ ਆਫ ਪ੍ਰੋਵਿੰਸ, ਜਿਹੜੀ ਸਾਡਾ ਮੇਨ ਵੀਡੀਓ ਬਣਾਉਣ ਦਾ ਪਰਪਸ ਆ, ਆਊਟ ਆਫ ਪ੍ਰੋਵਿੰਸ ਪ੍ਰਾਪਰਟੀ ਲੈਣ ਵਾਸਤੇ ਮਿਨੀਮਮ ਕਿੰਨੇ % ਸਾਨੂੰ ਡਾਊਨ ਦੇਣੀ ਪਏਗੀ ਤੇ ਕਿੰਨੇ ਟਾਈਮ ਪੁਰਾਣੇ ਸਾਨੂੰ ਫੰਡ ਰੱਖਣੇ ਪੈਣਗੇ ਤੇ ਸਰ ਕਿਹੜੀਆਂ ਚੀਜ਼ਾਂ ਦਾ ਮੋਰਗੇਜ ਟਾਈਮ ਧਿਆਨ ਰੱਖਣਾ ਪਵੇਗਾ ਤੇ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਨੇ ਜਾਂ ਤੁਹਾਨੂੰ ਆਈਆਂ ਨੇ, ਉਹ ਥੋੜਾ ਜਿਹਾ ਐਕਸਪਲੇਨ ਕਰ ਦਿਓ। ਨਾਰਮਲ ਮੁਸ਼ਕਲਾਂ ਇਹੀ ਆ ਸਕਦੀਆਂ ਕਿ ਤੁਹਾਡਾ ਕ੍ਰੈਡਿਟ ਸਕੋਰ ਜਿਹੜਾ ਆ ਉਹ ਐਸ ਸੱਚ, ਜਿਹੜੇ ਮੋਰਗੇਜ ਦੇ ਰੂਲਸ ਨੇ ਨਾ, ਇਹ ਆਊਟ ਆਫ ਕੈਨੇਡਾ ਸੇਮ ਰਹਿੰਦੇ ਨੇ। ਓਕੇ, ਪ੍ਰੋਬਲਮ ਸਿਰਫ ਇਹ ਹੈ ਕਿ ਤੁਸੀਂ BC 'ਚ ਜਾਂ ਟੋਰਾਂਟੋ ਦੀ ਜੌਬ ਦੇ ਨਾਲ ਇੱਕ ਪ੍ਰੋਵਿੰਸ ਤੋਂ ਬਾਹਰ ਪ੍ਰਾਪਰਟੀ ਲੈਣ ਦੀ ਕੋਸ਼ਿਸ਼ ਕਰ ਰਹੇ ਹੋ, ਜਿਹਦੇ ਲਈ ਇਨਕਮ ਸਟਰਕਚਰ ਵੀ ਵੱਧ ਚਾਹੀਦਾ, ਜਿਹਦੇ ਲਈ ਤੁਹਾਡੇ ਕੋਲ ਡਾਊਨ ਵੀ ਵੱਧ ਚਾਹੀਦੀ ਤੇ ਜਿਹਦੇ ਉੱਤੇ ਵਿਆਜ ਵੀ ਵੱਧ ਲੱਗਣਾ, ਕਿਉਂਕਿ ਤੁਸੀਂ ਉਸ ਪ੍ਰਾਪਰਟੀ ਤੋਂ ਇਨਕਮ ਜਨਰੇਟ ਕਰਨੀ ਆ। ਉਹਦੇ ਰੂਲ ਬਿਲਕੁਲ ਡਿਫਰੈਂਟ ਨੇ। ਤਾਂ ਜੇਕਰ ਸਪੋਜ਼ ਮੈਂ ਕਹਿੰਦਾ ਕਿ ਮੈਂ ਰੈਜ਼ੀਡੈਂਸ ਦੇ ਲਈ ਲੈਣਾ, ਮਤਲਬ ਮੇਰੇ ਕੋਲ ਇੱਥੇ ਪ੍ਰਾਪਰਟੀ ਨਹੀਂ ਆ, ਮੈਂ ਕਹਿ ਰਿਹਾ ਕਿ ਮੈਂ ਰੈਜ਼ੀਡੈਂਸ ਦੇ ਲਈ ਇਹ ਪ੍ਰਾਪਰਟੀ ਲੈਣੀ ਆ, ਫਿਰ ਵੀ ਸੇਮ ਰੂਲ ਮੇਰੇ ਤੇ ਲਾਗੂ ਹੁੰਦਾ ਕਿ ਮੈਨੂੰ 0.25% ਜਿਹੜਾ ਵਿਆਜ ਵੱਧ ਲੱਗਣਾ। ਹਾਂ, ਇਹਦੇ ਅੰਦਰ ਇੱਕ ਇਹ ਚੀਜ਼ ਹੈ ਕਿ ਤੁਸੀਂ ਉਸ ਪ੍ਰੋਵਿੰਸ 'ਚ ਚਲੇ ਜਾਓ, ਉੱਥੇ ਜੌਬ ਕਰੋ 3 ਮਹੀਨੇ, ਉਸ ਤੋਂ ਬਾਅਦ ਤੁਸੀਂ ਬੈਂਕ ਕੋਲ ਜਾਓ ਕਿ ਆ ਦੇਖੋ ਮੇਰਾ ਜੌਬ ਲੈਟਰ, ਮੇਰੀ ਪ੍ਰੋਬੇਸ਼ਨ ਜਿਹੜੀ ਉਹ ਖਤਮ ਹੋ ਚੁੱਕੀ ਆ, ਮੈਂ ਪਰਮਾਨੈਂਟ ਤੌਰ ਤੇ ਅਲਬਰਟਾ 'ਚ ਮੂਵ ਹੋ ਗਿਆ ਆ, ਕਿ ਜੇਕਰ ਤੁਸੀਂ ਫਸਟ ਟਾਈਮ ਹੋਮ ਬਾਇਰ ਰੇਟ ਆਫ ਇੰਟਰਸਟ ਨੂੰ ਘਟਾ ਸਕਦੇ ਹੋ। ਸੋ ਜਿਹੜਾ ਉਹ 0.25% ਤੁਹਾਨੂੰ ਐਕਸਟਰਾ ਲੱਗਾ ਆ, ਇਹ ਪਿਓਰਲੀ ਬੈਂਕ ਦੇ ਉੱਤੇ ਆ, ਬਟ ਜ਼ਿਆਦਾਤਰ ਕੇਸਿਸ 'ਚ ਉਹ ਰਿਵਰਸ ਲੈ ਜਾਂਦੇ। ਇਹ ਜਿਹੜਾ 0.25% ਜ਼ਿਆਦਾ ਲੱਗਣਾ ਵਿਆਜ ਇੰਟਰਸਟ ਰੇਟ, ਇਹ ਜਦੋਂ ਤੁਸੀਂ ਆਊਟ ਆਫ ਪ੍ਰੋਵਿੰਸ ਪ੍ਰਾਪਰਟੀ ਕੋਈ ਵੀ ਲੈਣੀ ਆ ਤੇ ਉਹ ਹਰ ਇੱਕ ਦੇ ਉੱਤੇ ਲੱਗਣਾ? ਨਹੀਂ, ਇਹ ਰੈਂਟਲ ਤੇ ਆ ਜੀ। ਅੱਛਾ, ਜੇ ਰੈਂਟਲ ਤੁਸੀਂ ਲੈਣੀ ਚਾਹੇ ਪ੍ਰੋਵਿੰਸ ਵਿੱਚ ਵੀ ਲੈਣੀ। ਓਕੇ, ਜੇਕਰ ਮੈਂ ਰੈਂਟਲ ਲਈ ਲੈਣਾ ਤਾਂ ਗਵਰਨਮੈਂਟ ਕਹਿੰਦੀ ਤੁਸੀਂ ਇਹ ਬਿਜ਼ਨਸ ਲਈ ਲੈ ਰਹੇ ਹੋ ਜੀ, ਬਿਜ਼ਨਸ ਵਾਲੇ ਨੂੰ ਉਨੀਆਂ ਸਹੂਲਤਾਂ ਨਹੀਂ ਮਿਲਦੀਆਂ ਜਿੰਨੀਆਂ ਪ੍ਰਾਇਮਰੀ ਰੈਜ਼ੀਡੈਂਸ ਵਾਲੇ ਨੂੰ ਮਿਲਣੀਆਂ। ਓਕੇ, ਜੇ ਤੁਸੀਂ ਰੈਂਟਲ ਪ੍ਰਾਪਰਟੀ ਕੋਈ ਖਰੀਦਣੀ ਆ ਉਸ ਆਪਣੇ ਹੋਮ ਪ੍ਰੋਵਿੰਸ ਵਿੱਚ ਤਾਂ ਵੀ 0.25% ਵੱਧ ਲੱਗੇਗਾ। ਜੇ ਤੁਸੀਂ ਉਹੀ ਪ੍ਰਾਪਰਟੀ ਤੁਸੀਂ ਆਊਟ ਆਫ ਪ੍ਰੋਵਿੰਸ ਜਾਣਾ, ਫਿਰ 20% ਡਾਊਨ ਮਿਨੀਮਮ ਲੱਗੇਗੀ। ਫਿਰ 20% ਡਾਊਨ ਲੱਗੇਗੀ, 0.25% ਵੀ ਲੱਗੇਗਾ ਓਕੇ, ਕਿਉਂਕਿ ਉਹ ਰੈਂਟਲ ਪ੍ਰਾਪਰਟੀ ਆ। ਓਕੇ ਜੀ, ਤੇ ਆਪਾਂ ਹੁਣ ਦਰਸ਼ਕਾਂ ਨੂੰ ਦਸੀਏ ਬਈ ਆਊਟ ਆਫ ਪ੍ਰੋਵਿੰਸ, ਜਿਵੇਂ ਤੁਸੀਂ ਹੁਣ ਹਾਊਸ ਬਣਵਾਇਆ ਆਪਦਾ ਹਨਾ ਤੇ ਸਾਰਾ ਕੁਝ ਡਿਜ਼ਾਈਨ ਕੀਤਾ, ਪਹਿਲਾਂ ਲੈਂਡ ਖਰੀਦੀ ਸੀ ਜਾਂ? ਹਾਂਜੀ, ਉੱਥੇ 2-3 ਆਪਸ਼ਨਸ ਹੈਗੇ ਨੇ। ਤੁਸੀਂ ਲੈਂਡ ਖਰੀਦ ਕੇ ਘਰ ਬਣਵਾ ਸਕਦੇ ਹੋ ਕਸਟਮ ਹੋਮ, ਓਕੇ, ਜਾਂ ਜਿਸ ਤਰ੍ਹਾਂ ਉਹ ਫਰਕ ਨਹੀਂ ਕਰਦੇ, ਜਿੰਨੇ ਮਰਜ਼ੀ ਪੈਸੇ ਖਰਚਣੇ ਆ, ਸੇਮ ਤਰ੍ਹਾਂ ਦੇ ਡਿਜ਼ਾਈਨ ਆ। ਮਤਲਬ ਕੰਪਨੀਜ਼ ਆਉਂਦੀਆਂ ਨੇ ਇਟਲੀ ਤੋਂ, ਬਹੁਤ ਕੰਪਨੀਜ਼ ਨੇ ਉਹ ਘਰ ਬਣਾਉਂਦੀਆਂ ਨੇ, ਉਹਨਾਂ ਤੋਂ ਬਾਏ ਕਰ ਸਕਦੇ ਹੋ, ਜਾਂ ਫਿਰ ਜਿਹੜੇ ਜਿਸ ਤਰ੍ਹਾਂ ਅਪਾਰਟਮੈਂਟ ਹਾਈ ਰਾਈਜ਼ ਬਣਦੀਆਂ ਨੇ ਉਹ ਲੈ ਸਕਦੇ ਹੋ ਜੀ। ਸੋ ਉਸ ਤਰ੍ਹਾਂ ਜਿਹੜਾ ਮੈਂ ਬਣਵਾਇਆ ਸੀ ਜੀ, ਮੈਂ ਬਣਵਾਇਆ ਕਿ ਲੈਂਡ ਖਰੀਦ ਕੇ ਖੁਦ ਕਸਟਮ ਹੋਮ ਆਪਣੇ ਹਿਸਾਬ ਨਾਲ ਵਿਦ ਬੇਸਮੈਂਟ ਬਣਵਾਇਆ ਸੀ। ਸੇਮ ਰੂਲਸ ਨੇ, ਕੁਛ ਉਹ ਨਹੀਂ ਮੈਟਰ ਕਰਦਾ, ਬਸ ਮੈਟਰ ਇਹੀ ਕਰਦਾ ਕਿ ਅਪ ਟੂ 5 ਲੱਖ ਤੁਹਾਨੂੰ 20% ਦੇਣਾ ਪੈਂਦਾ ਜੇ ਤੁਹਾਡਾ ਕ੍ਰੈਡਿਟ ਸਕੋਰ ਬਹੁਤ ਗੁੱਡ ਆ, ਤੇ ਉਸ ਤੋਂ ਉੱਤੇ ਵੀ ਦੇਣਾ ਪੈ ਸਕਦਾ ਜਿਸ ਤਰ੍ਹਾਂ ਦੀਆਂ ਹੁਣ ਸਿਚੁਏਸ਼ਨਸ ਆ। ਸੋ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਕਿਹੜੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ, ਉਹ ਕੀ ਆ ਨਾ, ਆਪਾਂ ਇੱਥੋਂ ਚਲੇ ਜਾਂਦੇ ਆ ਕਿ ਆਪਾਂ ਜਾ ਕੇ ਬਸ ਇੰਨੇ ਕੁ ਪੈਸੇ ਦੇਣੇ, ਇੰਨੇ ਕੁ ਪੈਸਿਆਂ 'ਚ ਸਾਡੀ ਮੌਰਗੇਜ ਹੋ ਜਾਣੀ ਤੇ ਆਪਣਾ ਘਰ ਡਨ ਹੋ ਜਾਣਾ। ਜਿਹੜੇ ਵਕੀਲ ਦੇ ਪੈਸੇ ਲੱਗਣੇ ਹੁੰਦੇ ਆ ਉਹ ਤਾਂ ਲੱਗਣੇ ਆ, ਚਾਹੇ ਲੈਂਡ ਟਰਾਂਸਫਰ ਟੈਕਸ 0 ਆ ਉਹ ਲੱਗਣੇ ਆ। ਪਰ ਹੁੰਦਾ ਕੀ ਆ, ਜਿਸ ਤਰ੍ਹਾਂ ਮੇਰੇ ਨਾਲ ਕੀ ਹੋਇਆ ਕਿ ਹੁਣ ਰੇਟ ਆਫ ਇੰਟਰਸਟ ਵਧਣ ਦੇ ਕਰਕੇ ਜਿਹੜੀ, ਕਿਉਂਕਿ ਇਸ ਟਾਈਮ ਜੋ ਰੇਟ ਆਫ ਇੰਟਰਸਟ ਚੱਲ ਰਿਹਾ, ਮੋਟਾ ਹਿਸਾਬ ਲਾ ਲਓ ਕਿ ਤੁਹਾਡੀ ਜੇਕਰ 2-2.5 ਲੱਖ ਇਨਕਮ ਹਾਊਸ ਹੋਲਡ ਦੀ ਆ, ਫਿਰ ਤੁਸੀਂ 7-8 ਲੱਖ ਦੇ ਘਰ ਲਈ ਐਲੀਜੀਬਲ ਹੁੰਦੇ ਹੋ। ਓਕੇ, ਤੇ ਤੁਸੀਂ ਦੇਖ ਲਓ ਜੀ 2-2.5 ਲੱਖ ਕਿਹੜੇ ਘਰ ਦੀ ਕਿਹੜੇ ਹਾਊਸ ਹੋਲਡ ਦੀ ਇਨਕਮ ਹੈ ਜੀ। ਤੇ ਘਰ ਤਾਂ ਆਪਾਂ ਸਾਰੇ ਹੀ ਉਸ ਦੌਰ 'ਚ ਪਏ ਹੋਏ ਆ ਲੈਣ ਲਈ, ਪਰ ਹਾਊਸ ਹੋਲਡ ਇਨਕਮ ਕਿਸੇ ਦੀ ਨਹੀਂ। ਉਹਦੇ ਲਈ ਕੀ ਆ, ਫਿਰ ਤੁਹਾਨੂੰ ਡਾਊਨ ਵਧਾਉਣਾ ਪੈਣਾ ਤਾਂ ਕਿ ਤੁਹਾਡੇ ਮੌਰਗੇਜ ਅਮਾਊਂਟ ਘੱਟ ਹੋਵੇ, ਲਾਇਬਿਲਿਟੀ ਘੱਟ ਹੋਵੇ ਤੇ ਬੈਂਕ ਨੂੰ ਟਰਸਟ ਹੋਵੇ ਤੁਹਾਡੇ ਤੇ ਜੀ। ਤੇ ਦੂਜੀ ਗੱਲ ਇਹ ਹੈ ਕਿ ਅਲਬਰਟਾ 'ਚ ਜ਼ਿਆਦਾਤਰ ਲੋਕ ਲੈਂਦੇ ਨੇ 5-10% ਦੇ ਨਾਲ, ਉਹਦੇ ਤੇ ਉਹ ਰੇਟ ਆਫ ਇੰਟਰਸਟ ਤੁਹਾਨੂੰ ਘੱਟ ਦਿੰਦੇ ਨੇ। ਬਟ ਕੀ ਆ, CHMC ਆ ਜਾਂਦੀ ਆ, ਇੰਸ਼ੋਰਡ ਮੌਰਗੇਜ ਹੋ ਜਾਂਦੀ ਆ, ਰੇਟ ਆਫ ਇੰਟਰਸਟ ਘੱਟ ਮਿਲ ਜਾਂਦਾ, ਪਰ ਉਹ ਸਿਰਫ ਉਹਨਾਂ ਲਈ ਆ ਜਿਹੜੇ ਉੱਥੇ ਦੇ ਰੈਜ਼ੀਡੈਂਟਸ ਨੇ। ਓਕੇ, ਸੋ ਅਲਬਰਟਾ ਬਹੁਤ ਪ੍ਰਮੋਟ ਕਰਦਾ ਹੈ ਕਿ ਅਲਬਰਟਾ ਆਓ ਜੀ, ਅਲਬਰਟਾ ਆਓ ਜੀ, ਬਟ ਐਕਚੁਅਲ 'ਚ ਜਦੋਂ ਤੁਸੀਂ ਉੱਥੇ ਜਾਂਦੇ ਹੋ ਫਿਰ ਪਤਾ ਲੱਗਦਾ ਕਿ ਇਸ ਤਰ੍ਹਾਂ ਪ੍ਰਾਪਰਟੀ ਲੈਣੀ ਬਹੁਤ ਟਫ ਆ। ਸਹੀ ਵੇ ਇਹ ਹੈ ਕਿ ਤੁਸੀਂ ਜਾਓ, ਉੱਥੇ ਕੰਮ ਕਰੋ, ਉੱਥੇ ਬੇਸਮੈਂਟ 'ਚ ਰਹੋ,
ਉੱਥੇ ਪੈਸੇ ਜੋੜੋ, ਪ੍ਰੋਵੇਸ਼ਨ ਖਤਮ ਕਰੋ ਆਪਣੀ, ਓਕੇ ਉੱਥੇ ਦੇ ਜੌਬ ਲੈਟਰਸ ਦੇ ਨਾਲ ਜੌਬ ਤੇ ਮਤਲਬ ਆਪਣੀ ਮੌਰਗੇਜ ਜਿਹੜੀ ਆ ਉਹ ਅਪਲਾਈ ਕਰੋ। ਓਕੇ, ਜਾਣੀ ਕਿ ਕੁੱਲ ਮਿਲਾ ਕੇ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਤੁਹਾਨੂੰ ਜੇ ਤੁਸੀਂ ਅਲਬਰਟਾ ਪ੍ਰੋਪਰਟੀ ਲੈਣੀ ਹੈ ਤੇ ਫਸਟ ਟਾਈਮ ਹੋਮ ਬਾਇਰ ਦੇ ਬੈਨੀਫਿਟਸ ਲੈਣੇ ਆ ਤੇ ਤੁਹਾਨੂੰ 3 ਮਹੀਨੇ ਪੁਰਾਣਾ ਰੈਜ਼ੀਡੈਂਸ ਆਪਣਾ ਸਟੇਟਸ ਦੱਸਣਾ ਪਊਗਾ ਉੱਥੇ, ਤੇ 3 ਮਹੀਨੇ ਪੁਰਾਣੀ ਜੌਬ ਚਾਹੀਦੀ ਆ, ਤੇ ਫਿਰ ਤੁਸੀਂ ਫਸਟ ਟਾਈਮ ਹੋਮ ਬਾਇਰ ਦੇ ਬੈਨੀਫਿਟਸ ਲੈ ਸਕਦੇ ਆ। ਜੇ ਤੁਸੀਂ ਆਊਟ ਆਫ ਪ੍ਰੋਵਿੰਸ ਤੋਂ ਪ੍ਰੋਪਰਟੀ ਖਰੀਦਦੇ ਆ ਤੇ ਉਹ ਹਮੇਸ਼ਾ ਰੈਂਟਲ ਹੀ ਮੰਨੀ ਜਾਵੇਗੀ। ਨਹੀਂ, ਇਸ ਤਰ੍ਹਾਂ ਵੀ ਨਹੀਂ ਆ, ਓਕੇ, ਕਿਉਂਕਿ ਜਦੋਂ ਤੁਸੀਂ ਘਰ ਲੈਣਾ ਜਾਂ ਕੋਈ ਆਲਰੇਡੀ ਤੁਹਾਡੇ ਕੋਲ ਉਸ ਪ੍ਰੋਵਿੰਸ ਵਿੱਚ ਰੈਜ਼ੀਡੈਂਸ ਵਿੱਚ ਘਰ ਹੈਗਾ ਏ, ਫਿਰ ਤੁਹਾਨੂੰ ਡਿਕਲੇਅਰ ਕਰਨਾ ਪਏਗਾ ਕਿ ਕਿਹੜਾ ਤੁਹਾਡਾ ਸੈਕੰਡਰੀ ਹਾਊਸ ਆ, ਕਿਹੜਾ ਪ੍ਰਾਇਮਰੀ ਆ। ਓਕੇ ਜੀ, ਫਿਰ ਤੁਸੀਂ ਮੂਵ ਹੋਣਾ ਚਾਹੁੰਦੇ ਆ ਬਟ ਉਹਦੇ ਤੇ 0.25% ਇੰਟਰਸਟ ਲੱਗੇਗਾ। ਉਹ ਲੱਗੇਗਾ ਜੀ, ਲੱਗੇਗਾ, ਕਿਉਂਕਿ ਐ ਤਾਂ ਤੁਸੀਂ ਕਹਿ ਨਹੀਂ ਸਕਦੇ ਗਵਰਨਮੈਂਟ ਨੂੰ ਕਿ ਦੋਨੋਂ ਹੀ ਮੇਰੇ ਪ੍ਰਾਇਮਰੀ ਨੇ। ਜੀ, ਗਵਰਨਮੈਂਟ ਸਭ ਜਾਣਦੀ ਹੈ ਜੀ। ਜੇ ਹੁਣ ਸੀਆਰਏ ਕੁਝ ਨਹੀਂ ਵੀ ਕਹੇਗਾ ਤੇ ਲੇਟਰ ਔਨ ਕਹੇਗਾ ਤੇ ਵਿਦ ਫਾਈਨ ਪੇ ਕਰਨਾ ਪਏਗਾ। ਓਕੇ, ਤੇ ਜਦੋਂ ਆਊਟ ਆਫ ਪ੍ਰੋਵਿੰਸ ਤੁਸੀਂ ਪ੍ਰਾਪਰਟੀ ਲੈਣੀ ਹੈ ਤੇ 0.25% ਤੇ ਹੈਵ ਟੂ ਲੱਗੇਗਾ ਹੀ ਲੱਗਾ, 20% ਡਾਊਨ ਤੁਹਾਨੂੰ ਪੇ ਕਰਨੀ ਪਏਗੀ, ਤੇ ਫਸਟ ਟਾਈਮ ਹੋਮ ਬਾਇਰ ਦੇ ਤੁਹਾਨੂੰ ਬੈਨੀਫਿਟਸ ਨਹੀਂ ਮਿਲਣਗੇ। ਸੋ ਤੁਹਾਡਾ ਕਿਵੇਂ ਰਿਹਾ ਐਕਸਪੀਰੀਅੰਸ ਜੀ? ਠੀਕ ਸੀ ਓਵਰਆਲ ਜੇ ਦੱਸਿਆ ਜਾਏ। ਹਾਂਜੀ, ਕਿਉਂਕਿ ਠੀਕ ਹੈ, ਰੈਂਟਲ ਮਾਰਕੀਟ ਉੱਥੇ ਦੀ ਅੱਜ ਕੱਲ੍ਹ ਹੌਟ ਆ, ਕਿਉਂਕਿ ਜਿਸ ਤਰ੍ਹਾਂ ਦੱਸਿਆ ਕਿ ਕਾਫੀ ਸਾਰੀਆਂ ਜੌਬਸ ਅਲਬਰਟਾ 'ਚ ਪੈਦਾ ਹੋ ਰਹੀਆਂ ਤੇ ਬਹੁਤ ਜ਼ਿਆਦਾ ਮਾਈਗ੍ਰੇਸ਼ਨ ਹੋ ਰਹੀ ਹੈ, ਤੇ BC ਤੋਂ ਬਹੁਤ ਲੋਕ ਮੂਵ ਹੋ ਰਹੇ। ਮਾਈਗ੍ਰੇਸ਼ਨ ਦਾ ਮੇਨ ਕਾਰਨ ਕੀ ਆ ਅਲਬਰਟਾ? ਸਸਤਾ ਜੀ। ਓਕੇ, ਕਿਉਂਕਿ BC ਅਫੋਰਡੇਬਲ ਨਹੀਂ ਰਿਹਾ, ਲੋਕਾਂ ਤੋਂ ਗਰੋਸਰੀ ਨਹੀਂ ਅਫੋਰਡ ਹੋ ਰਹੀ ਜੀ। ਟੋਰਾਂਟੋ ਦਾ ਵੀ ਸੇਮ ਹਾਲ ਆ, ਉੱਥੇ ਮੈਂ ਜਾਣਦਾ ਜੀ, ਮੇਰੇ ਵਾਲੀ ਲੋਕੈਲਿਟੀ ਦੇ ਅੰਦਰ ਬੰਦੇ ਨੇ 22 ਘਰ ਬੁੱਕ ਕਰਾਏ ਹੋਏ ਸੀ। ਓਕੇ, ਟੋਰਾਂਟੋ 'ਚੋਂ ਵੇਚੇ ਹੋਣੇ 3-4 ਘਰ, ਓਕੇ, ਤੇ ਇੱਥੇ ਆ ਕੇ ਥੋੜੇ ਛੋਟੇ ਘਰ ਨੇ, 20-22 ਘਰ ਉਹਨੇ ਬੁੱਕ ਕਰਾਏ ਸੀ। ਉਹ ਗੱਲ ਵੱਖਰੀ ਹੈ ਕਿ ਉਹਨੂੰ ਬਾਅਦ ਵਿੱਚ ਪ੍ਰੋਬਲਮ ਬੜੀ ਆਈ ਕਿਉਂਕਿ ਤੁਹਾਡੀ ਮੌਰਗੇਜ ਨਹੀਂ ਹੋ ਰਹੀ ਜੀ, ਤੇ ਫਿਰ ਉਹਨਾਂ ਨੂੰ ਘੱਟ ਰੇਟ ਦੇ ਉੱਤੇ ਸੇਲ ਕਰਨਾ ਪੈਂਦਾ। ਕਿਉਂਕਿ ਅਲਬਰਟਾ ਦੇ ਅੰਦਰ ਮੈਂ ਦੱਸ ਦਿਆਂ ਕਿ 90% ਜੀ, ਤਕਰੀਬਨ 90% ਘਰਾਂ ਦੇ ਵਿੱਚ ਕੀ ਆ, ਅਸਾਈਨਮੈਂਟ ਦਾ ਕਲੌਜ਼ ਨਹੀਂ ਤੁਸੀਂ ਪਵਾ ਸਕਦੇ। ਸੌਖੇ ਸ਼ਬਦਾਂ 'ਚ ਮੈਂ ਦੱਸਦਾ ਕਿ ਜਿਸ ਤਰ੍ਹਾਂ ਤੁਹਾਡੇ ਟੋਰਾਂਟੋ ਐਂਡ BC ਜਿਸ ਤਰ੍ਹਾਂ ਚੱਲਦਾ ਕਿ ਆਪਾਂ ਘਰ ਲੈ ਲੈਂਦੇ ਹਾਂ, ਜੇਕਰ ਮੌਰਗੇਜ ਤੁਹਾਡੀ ਨਹੀਂ ਹੋ ਰਹੀ ਤੇ ਤੁਸੀਂ ਉਸ ਘਰ ਦੀ ਮੌਰਗੇਜ ਕਰਾਉਣ ਤੋਂ ਪਹਿਲਾਂ ਹੀ ਉਹਨੂੰ ਕਿਸੇ ਹੋਰ ਨੂੰ ਸੇਲ ਕਰ ਸਕਦੇ ਹੋ। ਓਕੇ, ਉਹਦੇ ਵਿੱਚ ਕਿਸੇ ਬਿਲਡਰ ਨੇ ਅਸਾਈਨਮੈਂਟ ਫੀ ਰੱਖੀ ਹੋ ਹੁੰਦੀ ਹੈ, ਕਿਸੇ ਨੇ ਨਹੀਂ ਰੱਖੀ ਹੁੰਦੀ, ਪਰ ਬੇਸਿਕਲੀ ਤੁਸੀਂ ਉਸ ਘਰ ਨੂੰ ਆਪਣੇ ਨਾਮ ਤੇ ਕਰਾਉਣ ਤੋਂ ਪਹਿਲਾਂ ਹੀ ਕਿਸੇ ਹੋਰ ਨੂੰ ਪ੍ਰੋਫਿਟ ਤੇ ਵੇਚ ਸਕਦੇ ਹੋ। ਓਕੇ, ਅਲਬਰਟਾ ਦੇ ਅੰਦਰ ਇਹ ਰੂਲ ਨਹੀਂ ਹੈ। ਓਕੇ, ਜ਼ਿਆਦਾਤਰ ਕਿਸੇ ਬਿਲਡਰ ਨੇ ਰੱਖਿਆ ਵੀ ਹੁੰਦਾ, ਬਟ ਉਹਦੇ ਕੀ ਹੈ, ਜੇ ਤੁਸੀਂ ਘਰ ਬੁੱਕ ਕਰਾਇਆ 60-70 ਹਜ਼ਾਰ ਦੇ ਕੇ, ਸਾਲ ਬਾਅਦ ਬਾਕੀ ਪੈਸੇ ਦੇਣੇ, ਹੈਵ ਟੂ ਆ ਤੁਹਾਨੂੰ ਉਹ ਘਰ ਪਹਿਲਾਂ ਆਪਣੇ ਨਾਮ ਤੇ ਕਰਾਉਣਾ ਪਏਗਾ, ਮੌਰਗੇਜ ਕਰਾਣੀ ਪਊਗੀ। ਬਿਲਕੁਲ ਜੀ, ਨਹੀਂ ਕਰਾਉਂਦੇ ਤਾਂ ਤੁਹਾਡਾ ਡਿਪੋਜ਼ਿਟ ਗਿਆ। ਓਕੇ ਜੀ, ਤੇ ਮੌਰਗੇਜ ਕਰਾਣੀ ਪਏਗੀ ਤੇ ਉਸ ਘਰ ਨੂੰ 1 ਸਾਲ ਹੈਵ ਟੂ ਹੋਲਡ ਰੱਖਣਾ ਪਏਗਾ, ਨਹੀਂ ਤਾਂ ਤੁਹਾਨੂੰ ਫਲਿੱਪ ਕਰਨ ਵਾਲਾ ਟੈਕਸ ਵੀ ਲੱਗੇਗਾ। ਤੇ ਹੋਰ ਇੱਕ ਗੱਲ ਇਹ ਵੀ ਆ ਨਾ ਕਿ ਅੱਜ ਕੱਲ੍ਹ ਵੇਰੀਏਬਲ ਮੌਰਗੇਜਸ ਹੋ ਨਹੀਂ ਰਹੀਆਂ, ਐਲੀਜੀਬਿਲਿਟੀ ਬਹੁਤ ਡਾਊਨ ਆ ਜੀ। ਸੋ ਸਪੋਜ਼ ਜਿਸ ਤਰ੍ਹਾਂ ਮੈਨੂੰ ਮਿਲੀ 3 ਈਅਰ ਫਿਕਸਡ ਮਿਲੀ, ਮੰਨ ਲਓ ਮੈਨੂੰ ਹੁਣ ਕੱਲ੍ਹ ਨੂੰ ਕੋਈ ਕਹੇ ਤੁਹਾਨੂੰ ਘਰ ਦਾ ਵੱਧ ਰੇਟ ਮਿਲ ਰਿਹਾ, ਵੇਚ ਦਿੰਦੇ ਜੀ, ਤਾਂ ਪਹਿਲਾਂ ਤਾਂ ਉਹ ਜਿੰਨੇ ਚਿਰ ਦੇ ਮੇਰੇ ਪੈਂਡਿੰਗ ਮੰਥਸ ਨੇ ਸਾਰਿਆਂ ਦੀ ਪੈਨਲਟੀ ਪਏਗੀ। ਓਕੇ, ਹਾਂਜੀ, ਤੇ ਬਾਕੀ ਹਾਊਸ ਫਲਿੱਪਿੰਗ ਟੈਕਸ ਵੀ ਲੱਗੇਗਾ ਮੈਨੂੰ। ਸੋ ਉਹਦੇ ਲਈ ਆਪਾਂ ਇੱਕ ਅਲੱਗ ਵੀਡੀਓ ਬਣਾ ਦਾਂਗੇ ਕਿ ਕਿਸ ਤਰ੍ਹਾਂ ਟੈਕਸ ਸਿਸਟਮ ਵਰਕ ਕਰਦਾ, ਕਿਸ ਤਰ੍ਹਾਂ ਪ੍ਰੋਪਰਟੀ ਗੇਨ ਟੈਕਸ ਲੱਗਦਾ, ਬੈਂਕ ਦਾ ਕਿੰਨਾ ਕੁ ਫਾਈਨ ਹੁੰਦਾ ਹੈ, ਉਹ ਅਲੱਗ ਟੌਪਿਕ 'ਚ ਕਵਰ ਕਰ ਦਾਂਗੇ। ਪਰ ਮੋਟਾ ਹਿਸਾਬ ਇਹ ਹੈ ਕਿ ਜਿੰਨਾ ਆਸਾਨ ਅਸੀਂ ਇੱਥੋਂ ਬੈਠ ਕੇ ਸੋਚ ਲੈਂਦੇ ਹਾਂ ਕਿ ਉੱਥੇ ਜਾ ਕੇ 2 ਦਿਨਾਂ 'ਚ ਘਰ ਦੀ ਮੌਰਗੇਜ ਹੋ ਜਾਣੀ 20-25 ਹਜ਼ਾਰ 40 ਹਜ਼ਾਰ ਦੇ ਕੇ, ਬਿਲਕੁਲ ਨਹੀਂ ਹੁੰਦੀ। ਲੱਖਾਂ 'ਚ ਪੈਸੇ ਦੇਣੇ ਪੈਂਦੇ ਨੇ ਤੇ ਖੱਜਲ ਖਰਾਬੀ ਜ਼ਿਆਦਾ ਹੁੰਦੀ ਹੈ ਜੀ। ਸੈਕੰਡ ਹੋਮ ਤੁਸੀਂ ਆਊਟ ਆਫ ਪ੍ਰੋਵਿੰਸ ਖਰੀਦਣਾ ਤੇ ਇਹਨਾਂ ਗੱਲਾਂ ਦਾ ਧਿਆਨ ਰੱਖਿਓ। ਸੋ ਸਾਡੇ ਦੋਨਾਂ ਵੀਰਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।